ਯਿਸੂ ਮਸੀਹ ਦੇ अति पवित्र नाम दे विच सारिਆਂ ਨੂੰ ਸਾਡੇ ਵੱਲੋਂ प्यार भरिया सलाम। सारिਆਂ ਨੂੰ जय मसीह दी। परमेश्वर तुहाडे सारिਆਂ उत्ते वड्डी किरपा करे। अज फिर प्रभु की हजूरी विच सानू बैठण दा समा मिलिया, परमेश्वर की बाणी सुनन दा समा मिलिया ते असीं प्रभु की पवित्र बाणी दे विचों सुन सकीए। अज असी पवित्र बाइबल दे विचों गलबात करांगे पे अपने आगू अपने गुरु नूं याद रखना। अपने आगू नूं अपने गुरु नूं की रखना, याद रखना। और अपने गुरु नूं की रखना जी, याद रखना। साडा जिहड़ा गुरु जा साडा सब दा गुरु जो है, प्रभु जो है, वो तो प्रभु यीशु मसीह है। ओनू ते असीं सारे याद करते हैं, प्रार्थना करते हैं, उसकी बंदगी करते हैं, ओदी हजूरी विच ही। पर एक सानू दुनियावी तौर ते भी उसने एक आगू दिता है। सानू की दिता? एक आगू दिता है, एक गुरु दिता। साडा जिहड़ा आगू है वो चर्च दा सेवक है, दास है, पास्टर है। ते पवित्र बाइबल दे विच की लिखिया? अपने गुरु दे अपने आगू दे की रहना जी, आग्याकार रहना, अपने गुरु नूं चेते रखना, अपने आगू नूं याद रखना, जेड़ा तुहाडे लई बेनतियां करदा आ, जेड़ा तुहाडे लई दुआवां करदा आ, जेड़ा तुहानूं परमेश्वर दा वचन सुणाउंदा है। कई बार बहुत सारे लोग आगू नूं चेते नहीं रखते। कई बार बहुत सारे लोग जिहड़े अपने आगू नूं, अपने गुरु नूं, अपने दास नूं चेते नहीं रखते। अपनी मर्जी नाल ही की करदे आ, दास चुन लैंदे, अपनी मर्जी दे नाल ही अपना आगू भी चुन लैंदे। ये नहीं परख नहीं करते कि केड़ा दास साडे लई रात दिन बह के साडे लई दुआवां करदा, केड़ा आगू साडे लई रात दिन बेनतियां ते प्रार्थना करदा है। इसलिए मेरे भाई भैणों, सानू अपने आगू दी आग्याकारी करनी चाहिए, अपने आगू अपने सेवक दी गल मननी भी चाहिए। और अपने गुरु की जिहड़ी गल मननी है, अपने दास की जिहड़ी गल मननी है, उन्होंने कदी भी बेसुणा नहीं करना। दास जिहड़ा परमेश्वर दा तुहाडे लई खड़ा कीता, जिहड़ा परमेश्वर ने चुनिया तुहाडे वास्ते, ये परमेश्वर की मर्जी नाल चुनिया गया है, अपनी मर्जी नाल चुनिया नहीं गया। क्योंकि मैं तुहाडे विच परमेश्वर दा दास बन के खड़ा होया, ना तुसी मैनू जानदे सी ते ना मैं तुहानू जानदा सी। ਜਾਂ ਸੀਗਾ ਕੋਈ ਤੁਹਾਡੇ ਵਿੱਚੋਂ ਜਿਹੜਾ ਮੈਨੂੰ ਪਹਿਲਾਂ ਤੋਂ ਜਾਣਦਾ ਸੀ, ਜਾਂ ਕਿਸੇ ਨੇ ਮੈਨੂੰ ਪਹਿਲਾਂ ਤੋਂ ਦੇਖਿਆ ਸੀ? नहीं।
ਅਸੀਂ ਨਹੀਂ ਸੀ ਜਾਣਦੇ, ਪਰ ਇਹ ਪਰਮੇਸ਼ਰ ਨੇ ਚੁਣ ਕੇ ਭੇਜਿਆ। ਨਾ ਮੈਨੂੰ ਇਸ ਪਿੰਡ ਦਾ ਪਤਾ ਸੀ, ਨਾ ਮੈਨੂੰ ਇਸ ਜਗ੍ਹਾ ਦਾ ਪਤਾ ਸੀ, ਨਾ ਮੈਨੂੰ ਇਸ ਪਿੰਡ ਦੇ ਕਿਸੇ ਭੈਣ ਭਰਾ ਦਾ ਹੀ ਪਤਾ ਸੀ। ਪਰ ਇਹ ਜਿਹੜੀ ਚੋਣ ਹੈ ਇਹ ਕਿਹਦੇ ਵੱਲੋਂ ਹੋਈ ਹੈ? ਇਹ ਸਾਡੇ ਵੱਲੋਂ ਹੋਈ ਹੈ ਜਾਂ ਤੁਸੀਂ ਕਿਹਾ ਵੀ ਸਪੈਸ਼ਲ ਪਾਸਟਰ ਅਮਰਜੀਤ ਸਾਨੂੰ ਚਾਹੀਦਾ? ਨਹੀਂ, ਇਹ ਸਾਡੀ ਚੋਣ ਨਹੀਂ, ਕਿਉਂਕਿ ਤੁਸੀਂ ਤਾਂ ਮੈਨੂੰ ਜਾਣਦੇ ਹੀ। ਹੋ ਸਕਦਾ ਤੁਸੀਂ ਦੁਆਵਾਂ ਕੀਤੀਆਂ ਹੋਣ, ਤੁਸੀਂ ਬੇਨਤੀਆਂ ਕੀਤੀਆਂ ਹੋਣ ਕਿ ਪ੍ਰਭੂ ਇੱਕ ਖਰਾ ਦਾਸ ਸਾਡੇ ਵਾਸਤੇ ਭੇਜੇ। ਕਿਹਨਾਂ ਨੇ ਇਹ ਦੁਆਵਾਂ ਕੀਤੀਆਂ ਸੀਗੀਆਂ? ਪ੍ਰਭੂ ਇੱਕ ਚੰਗਾ ਦਾਸ ਸਾਡੇ ਵਾਸਤੇ ਭੇਜਿਓ। ਹੱਥ ਖੜੇ ਕਰੋ। ਕਿਹੜੇ ਭੈਣਾਂ ਭਰਾਵਾਂ ਨੇ ਪ੍ਰਾਰਥਨਾ ਕੀਤੀਆਂ ਸੀ ਵੀ ਚੰਗਾ ਸੇਵਕ ਆਵੇ? ਹਨਾ, ਸੇਵਕ ਬੜੇ ਤਰ੍ਹਾਂ ਦੇ ਆ। ਬਾਈਬਲ ਕਹਿੰਦੀ ਹੈ ਭੇਡ ਦੇ ਰੂਪ ਵਿੱਚ ਭੇੜੀਏ ਵੀ ਹੈਗੇ ਆ, ਭੇਡ ਦੇ ਰੂਪ ਵਿੱਚ ਭੇੜੀਏ ਵੀ ਹੈਗੇ ਆ। ਪ੍ਰਭੂ ਦਾ ਵਚਨ ਕਹਿੰਦਾ ਆ ਸ਼ੈਤਾਨ ਦੇ ਸੇਵਕ ਵੀ ਪਰਮੇਸ਼ਰ ਦੇ ਸੇਵਕਾਂ ਦਾ ਰੂਪ ਵਟਾ ਲੈਂਦੇ ਆ। ਏਦਾਂ ਦੇ ਵੀ ਹੈਗੇ ਆ। ਪਰ ਇਹ ਤੁਹਾਡੀਆਂ ਦੁਆਵਾਂ ਦਾ ਉੱਤਰ ਹੈ ਵੀ ਮੈਨੂੰ ਕਿੱਡੀ ਦੂਰੋਂ ਤੁਹਾਡੀਆਂ ਦੁਆਵਾਂ ਖਿੱਚ ਕੇ ਲੈ ਕੇ ਆਈਆਂ, ਤੁਹਾਡੀਆਂ ਬੇਨਤੀਆਂ ਜਿਹੜੀਆਂ ਖਿੱਚ ਕੇ ਲੈ ਕੇ ਆਈਆਂ, ਤੁਹਾਡੇ ਵਿੱਚ ਮੈਨੂੰ ਸੇਵਾ ਲਈ ਖੜਾ ਕੀਤਾ। ਹੁਣ ਤੁਸੀਂ ਦੁਆਵਾਂ ਕਰਕੇ ਇੱਕ ਚੰਗੇ ਸੇਵਕ ਨੂੰ ਤਾਂ ਪਾ ਲਿਆ, ਪਰ ਹੁਣ ਉਹਦੇ ਨਾਲ ਉਸ ਸੇਵਕ ਦੀਆਂ ਗੱਲਾਂ ਨੂੰ ਵੀ ਕੀ ਕਰਨਾ? ਮੰਨਣਾ। ਮੈਂ ਅੱਜ ਵੀ ਕਹਾਂਗਾ ਜਿਸ ਸੇਵਕ ਨੇ ਤੁਹਾਡੇ ਲਈ ਦਿਨ ਰਾਤ ਦੁਆਵਾਂ ਕੀਤੀਆਂ, ਅੱਜ ਨਹੀਂ ਤੁਹਾਡੇ ਵਿੱਚ ਹੈਗਾ, ਚਲਾ ਗਿਆ, ਉਹਨੂੰ ਵੀ ਕਦੀ ਨਹੀਂ ਭੁੱਲਣਾ। ਹਮੇਸ਼ਾ ਉਹਦੀ ਕਦਰ ਕਰਨੀ, ਉਹਨਾਂ ਦੇ ਜਾਣ ਪਿੱਛੋਂ ਕਦੀ ਉਹਨਾਂ ਦੀ ਬੁਰਾਈ ਨਹੀਂ ਕਰ। ਹਰ ਬੰਦੇ 'ਚ ਕੋਈ ਤਾਂ ਕੋਈ ਕਮੀ ਹੁੰਦੀ ਹੈ, ਮੇਰੇ 'ਚ ਵੀ ਹੋ ਕਮੀਆਂ ਆ। ਕੋਈ ਬੰਦਾ ਪੂਰਾ ਤੇ ਖਰਾ ਨਹੀਂ ਹੁੰਦਾ, ਪਰ ਕਦੀ ਵੀ ਤੁਸੀਂ ਜਿਹੜੇ ਦਾਸਾਂ ਨੇ ਤੁਹਾਡੀ ਲਈ ਮਿਹਨਤਾਂ ਕੀਤੀਆਂ, ਜਿਹੜੇ ਦਾਸਾਂ ਨੇ ਰਾਤ ਦਿਨ ਇੱਕ ਕਰਕੇ ਤੁਹਾਡੇ ਲਈ ਦੁਆਵਾਂ ਕੀਤੀਆਂ, ਉਹਨਾਂ ਦੇ ਜਾਣ ਪਿੱਛੋਂ ਜਾਂ ਉਹਨਾਂ ਦੀ ਪਿੱਠ ਪਿੱਛੇ ਕਦੀ ਵੀ ਬੁਰਾਈ ਨਹੀਂ ਕਰਨੀ। ਕਿਉਂ ਜੋ ਪ੍ਰਭੂ ਦੀ ਬਾਣੀ 'ਚ ਲਿਖਿਆ, ਜਿਹੜਾ ਮੇਰੇ ਸੇਵਕ ਦੀ ਬੁਰਾਈ ਕਰਦਾ, ਜਿਹੜਾ ਮੇਰੇ ਦਾਸ ਦੀ ਬੁਰਾਈ ਕਰਦਾ, ਉਹ ਮੇਰੀ ਅੱਖ ਵਿੱਚ ਕੀ ਕਰਦਾ? ਉਂਗਲ ਮਾਰਦਾ। ਜਿਹੜਾ ਮੇਰੇ ਮਸਾ ਕੀਤੇ ਹੋਏ ਨੂੰ ਕੀ ਕਰਦਾ? ਸਤਾਉਂਦਾ ਜਾਂ ਤੰਗ ਕਰਦਾ ਆ, ਉਹ ਮੇਰੀ ਅੱਖ ਵਿੱਚ ਕੀ ਕਰਦਾ? ਉਂਗਲ ਮਾਰਦਾ। ਜਦੋਂ ਅਸੀਂ ਕਿਸੇ ਦਾਸ ਦੀ ਬੁਰਾਈ ਕਰਦੇ ਹਾਂ, ਭਾਵੇਂ ਕੋਈ ਵੀ ਹੈ, ਅਸੀਂ ਨਹੀਂ ਜਾਣਦੇ ਉਹ ਚੰਗਾ ਜਾਂ ਮਾੜਾ। ਜੇ ਬੁਰਾਈ ਕਰਨੀ ਉਹਦੇ ਸਾਹਮਣੇ ਕਰੋ, ਉਹਦੀ ਕਮੀ ਦੱਸਣੀ ਉਹਦੇ ਸਾਹਮਣੇ ਦੱਸੋ, ਭਾਈ ਤੇਰੀ ਇਹ ਕਮੀ। ਜਦੋਂ ਅਸੀਂ ਕਿਸੇ ਵੀ ਦਾਸ ਦੀ, ਕਿਸੇ ਵੀ ਸੇਵਕ ਦੀ ਬੁਰਾਈ ਕਰਦੇ ਆਂ ਤਾਂ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਪ੍ਰਭੂ ਕਹਿੰਦਾ ਉਹ ਲੋਕ ਮੇਰੀ ਅੱਖ ਵਿੱਚ ਕੀ ਕਰਦੇ ਆ? ਉਂਗਲ ਮਾਰਦੇ, ਮੇਰੀ ਅੱਖ ਦੀ ਕਾਕੀ ਨੂੰ ਛੂੰਹਦੇ ਆ, ਮੇਰੀ ਅੱਖ ਦੀ ਕਾਕੀ ਨੂੰ ਛੂੰਹਦੇ। ਅੱਖ ਦੀ ਕਾਕੀ ਕਿਹੜੀ ਹੈ ਜੀ? ਆ ਜਿਹੜੀ ਵਿੱਚ ਹੈ। ਤੁਸੀਂ ਆਪਣੀ ਅੱਖ ਦੇ ਵਿੱਚ ਕਿਸੇ ਨੂੰ ਉਂਗਲ ਮਾਰਨ ਦਿਓਗੇ? ਦੱਸੋ ਕਿੰਨੇ ਭੈਣ ਭਰਾ ਆ ਜਿਹੜੇ ਆਪਣੀ ਅੱਖ ਵਿੱਚ ਉਂਗਲ ਮਾਰਨ ਦੀ ਆਗਿਆ ਦੇਣਗੇ? ਕੋਈ ਮਾਰਨ ਦਊ? ਕੋਈ ਨਹੀਂ ਕਹੂਗਾ ਵੀ ਮੇਰੀ ਅੱਖ 'ਚ ਉਂਗਲ ਮਾਰੇ, ਨਾ ਤੁਹਾਨੂੰ ਚੰਗਾ ਲੱਗੂਗਾ। ਕੋਈ ਤੁਹਾਡੀ ਅੱਖ ਵਿੱਚ ਉਂਗਲ, ਕਿਸੇ ਤੋਂ ਗਲਤੀ ਨਾਲ ਵੀ ਵੱਜ ਜਾਂਦੀ ਹੈ ਉਂਗਲ ਜਾਂ ਹੱਥ ਵੱਜ ਜਾਂਦਾ, ਤੇ ਅਸੀਂ ਉਹਨੂੰ ਕਹਿੰਦੇ ਯਾਰ ਤੂੰ ਦੇਖ ਕੇ ਨਹੀਂ ਤੇ ਤੂੰ ਕੰਮ ਕਰ ਹੁੰਦਾ, ਹਨਾ? ਭਾਵ ਕਿ ਅਸੀਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਕੋਈ ਸਾਡੀ ਅੱਖ ਵਿੱਚ ਕੀ ਮਾਰੇ? ਉਂਗਲ ਮਾਰੇ। ਪਰ ਵਚਨ ਕਹਿੰਦਾ ਜਿਹੜਾ ਮੇਰੇ ਸੇਵਕ ਨੂੰ ਸਤਾਉਂਦਾ, ਜਿਹੜਾ ਮੇਰੇ ਸੇਵਕ ਦੀ ਬੁਰਾਈ ਕਰਦਾ, ਜਿਹੜਾ ਮੇਰੇ ਸੇਵਕ ਦੀ ਪਿੱਠ ਪਿੱਛੇ ਚੁਗਲੀ ਕਰਦਾ, ਜਿਹੜਾ ਮੇਰੇ ਦਾਸ ਦੀ ਗੱਲ ਨੂੰ ਨਹੀਂ ਮੰਨਦਾ, ਉਹ ਮੇਰੀ ਅੱਖ ਵਿੱਚ ਕੀ ਮਾਰਦਾ? ਉਂਗਲ ਮਾਰਦਾ। ਉਹ ਮੇਰੀ ਅੱਖ ਵਿੱਚ ਕੀ ਕਰਦਾ? ਪ੍ਰਭੂ ਕਹਿੰਦਾ ਉਂਗਲ ਮਾਰਦਾ ਹੈ।
मैं ऐसे भैन भरा देखे, मैं ना नहीं लवांगा। एक भाई सी, मैं परमेश्वर का वचन सुना रहा ते मैनू वचन तो बाद नाल ही कहंदा, अक्सर ही मेरा 40 मिनट का वचन जिहड़ा हुंदा 40 तो 45 मिनट मेरा एक टाइम आ, मैं उस टाइम तो ना थले उन्हां ते ना उत्ते जाना। 40 तो 45 मिनट मैं वचन सुनाउणा ही सुनाउणा। हाँ, जे किते टाइम की शूटेज होवे, किते अलग जगह जाते हैं, उत्थे कोई कहे कि भाई साहब तुहानू 10 मिनट का टाइम आ जां 15 मिनट का, फिर 15 मिनट की बजाय 12 मिनट लै लांगे, फिर आपां टाइम दे विच ही की करना रहना। ते अपना जिहड़ा टाइम चर्च का रैगूलर आ 40 तो 45 मिनट जिहड़ा परमेश्वर का वचन। इसलिए एक जगह दे उत्ते एक दास नहीं एक बंदे ने मैनू कहा, पादरी साहब जी तुसी बहुत टाइम लै लिया, 5-7 मिनट सुनायो करो वचन। ऐदा कहा मैनू, 5-7 मिनट वचन सुनायो करो, इन्ना टाइम थोड़ी सुनाईदा। सगों नाल दे ने कहा, कहंदे वचन ते जिन्ना ज्यादा होवे उन्ना ही चंगा हुंदा, कल्ले गीत ही थोड़ी है गीत सुनी जावांगे। वचन ही तो सीखण वाली चीज है साडे लई, वचन ही तो सुनने वाली चीज है। ते उन्हें जदों इन्नी गल कही ते वो दूजे दिन ही बीमार हो गया। दूजे दिन की हो गया? बीमार हो गया। बीमारी इन्नी वधी, इन्नी ज्यादा वध गई, दुआ करन लई गए, प्रभु ने नहीं सुनी, साडी भी नहीं सुनी। उस बंदे की कोई हफ्ते दे विच डैथ हो गई। असी नहीं चाहते सी किसी की डैथ होवे, असी किसी लिए बुरा नहीं मंगते, असी सोचते हाँ भी सब दा की होवे भला। पर ये पिछे एक रीजन दसन लगा, कदी परमेश्वर दे वचन की खिलाफत ना करो ते कदी परमेश्वर दे दास दी की ना करो, खिलाफत ना करो। परमेश्वर ने सानू सिखाया तुसी सारियां दा की मंगना, भला मंगना। असी मंगना, असी तुहाडी लंबी उम्र ही मंगनी आ, पर परमेश्वर जानदा आ कौन मेरे दास लई भला मंगदा ते कौन मेरे दास दा बुरा चाहुंदा। वो जानदा, वो हर एक नूं ओदी करनी दे अनुसार की दिंदा आ, फल दिंदा आ। हनन्याह ते सफीरा, किन्नियां ने सुनिया नाम हनन्याह ते सफीरा दा बाइबल दे विच? पति पत्नी सिगे, उन्होंने वादा किया प्रभु जिन्ने साडे खेत जिन्ने दे विकणगे उन्ने पैसे लिया के असी पतरस नूं कहा तुहाडे चरनां विच रखांगे, असी सेवा लई दे देंगे वो पैसा। जदों जमीन विकी ते वेच के अद्धा दिता संतां नूं ते अद्धा रख लिया आप, अद्धा पतरस दे कोल ले आंदा ते अद्धा की कीता आप। ते पतरस नूं प्रभु दे आत्मा ने दस्या भी हनन्याह ते सफीरा ने दोनों ने धोखा किया। हनन्याह आया, उन्हें वेची जमीन ते वेच के कुछ पैसा जिहड़ा रसूलां दे चरनां विच धरिया। ते परमेश्वर दा बंदा कहंदा, परमेश्वर दा बंदा कहंदा भी तुसी नहीं इन्ने दी विकी? कहंदे हां जी इन्ने दी जमीन विकी। कहंदा क्यों तुसी परमेश्वर नाल झूठ बोलदे हो, पवित्र आत्मा नाल झूठ बोलदे हो? ते जदों उन्होंने झूठ बोलिया, इन्नी गल कहंदे नाल पतरस दे कहंदे कहंदे हनन्याह दी उत्थे बैठे बैठे दी मौत हो गई। हनन्याह दी पतरस दे पैरां विच बैठे बैठे दी की हो गई? हुण विचार आउंदा कईयां दे दिल विच आऊगा भी रब दे दासां दे कोल आए दी इदां नहीं होना चाहिदा, रब दे दासां कोल आया ते भला होना चाहिदा। पर जेड़ा बंदा परमेश्वर नाल चलाकी करूगा, जेड़ा बंदा परमेश्वर दी खिलाफत करूगा, जेड़ा दासां दे नाल चलाकी ते खिलाफत करेगा, कलाम च लिखिया परमेश्वर उन्हें कदी भी बख्शेगा नहीं। असी नहीं किसी लिए पुठी दुआ कर सकते, याद रखो। असी तुहाडे लिए पुठी दुआ करांगे, साडा उल्ट होऊगा। जे तुहाडी बुराई असी परमेश्वर तो मंगांगे ना, वो बुरा साडे ते पैना, क्योंकि प्रभु ने कहा ही नहीं तू बुरा मंग किसी का, उन्हें कहा तू अपने दुश्मन का भी की मंग, भला मंग। न्याय करना कहंदा मेरा हक है,
ਨਿਆਂ ਪ੍ਰਭੂ ਕਹਿੰਦਾ ਮੈਂ ਕਰਨਾ, ਤੂੰ ਨਿਆਂ ਨਹੀਂ ਕਰਨਾ, ਬਸ ਤੂੰ ਉਹਦਾ ਭਲਾ ਹੀ ਮੰਗਣਾ ਹੈ। ਮੇਰੇ ਭਾਈ ਭੈਣੋ, ਬੜੇ ਕੇਸ ਏਦਾਂ ਦੇ, ਬੜੇ ਲੋਕੀ ਏਦਾਂ ਦੇ ਆ। ਤੇ ਅੱਜ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ, ਵਚਨ ਦੱਸਦਾ ਵੀ ਤੁਸੀਂ ਆਪਣੇ ਆਗੂਆਂ ਨੂੰ ਨਾ ਭੁੱਲੋ, ਉਹਨਾਂ ਨੂੰ ਕੀ ਰੱਖੋ, ਚੇਤੇ ਰੱਖੋ। ਵਚਨ ਪੜੋ ਮੇਰੇ ਨਾਲ ਬਾਈਬਲ ਦੇ ਵਿੱਚੋਂ, ਇਬਰਾਨੀਆਂ ਦੀ ਪੱਤਰੀ, ਪਰਮੇਸ਼ਰ ਦੀ ਬਾਣੀ ਚੋਂ ਪੜੋ। ਇਬਰਾਨੀਆਂ ਦੀ ਪੱਤਰੀ, ਉਸ ਦਾ 5 ਅਧਿਆਏ, ਸੌਰੀ ਆਪਾਂ 13 ਅਧਿਆਏ ਪੜ੍ਹਨਾ। ਇਬਰਾਨੀਆਂ ਦੀ ਪੱਤਰੀ 13 ਅਧਿਆਏ, ਉਸ ਦਾ 7 ਵਚਨ। ਇਬਰਾਨੀਆਂ ਦੀ ਪੱਤਰੀ 13 ਅਧਿਆਏ, ਉਸ ਦਾ 7 ਪੜੋ ਕੋਈ ਜਣਾ। ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ, ਜਿਹੜੇ ਪਰਮੇਸ਼ਰ ਦੇ ਦਾਸਾਂ ਨੇ, ਪਰਮੇਸ਼ਰ ਦੇ ਬੰਦਿਆਂ ਨੇ ਤੁਹਾਨੂੰ ਵਚਨ ਸੁਣਾਇਆ। ਉਹਨਾਂ ਦੀ ਚਾਲ ਦੇ ਅੰਤ ਵੱਲ, ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਸ਼ਚਾ ਦੀ ਕੀ ਕਰੋ, ਰੀਸ ਕਰੋ। ਕੀ ਕਰੋ ਜੀ? ਆਪਣੇ ਆਗੂਆਂ ਨੂੰ ਨਾ ਭੁੱਲੋ, ਉਹਨਾਂ ਨੂੰ ਕੀ ਰੱਖੋ, ਯਾਦ ਰੱਖੋ, ਚੇਤੇ ਰੱਖੋ। ਹੁਣ ਆਗੂ ਔਰ ਪਰਮੇਸ਼ਰ ਆਪਣੇ ਵਚਨ 'ਚ ਇਹ ਵੀ ਕਹਿੰਦਾ, ਅਫਸੀਆਂ ਦੀ ਪੱਤਰੀ ਦੇ ਵਿੱਚ, ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਆਪਣੇ ਆਗੂਆਂ ਦੀ ਕੀ ਕਰੋ, ਆਗਿਆਕਾਰੀ ਕਰੋ। ਆਪਣੇ ਆਗੂਆਂ ਨੂੰ ਯਾਦ ਵੀ ਰੱਖੋ ਤੇ ਆਪਣੇ ਆਗੂਆਂ ਦੀ ਕੀ ਕਰੋ, ਆਗਿਆਕਾਰੀ ਕਰੋ। ਜੇ ਕੋਈ ਦਾਸ ਚਰਚ ਦੇ ਵਿੱਚ ਕੋਈ ਨਵਾਂ ਨਿਯਮ ਲਾਗੂ ਕਰਦਾ ਆ, ਜੇ ਕੋਈ ਦਾਸ ਚਰਚ ਦੇ ਵਿੱਚ ਤੁਹਾਨੂੰ ਆਗਿਆ ਨਵੀਂ ਦਿੰਦਾ ਆ, ਤੇ ਤੁਹਾਡਾ ਫਰਜ਼ ਹੈ ਉਸ ਗੱਲ ਨੂੰ ਕੀ ਕਰਨਾ, ਪੂਰਾ ਕਰਨਾ। ਤੁਹਾਡਾ ਫਰਜ਼ ਕੀ ਹੈ? ਉਸ ਗੱਲ ਨੂੰ ਪੂਰਾ ਕਰਨਾ। ਕਲਾਮ ਕਹਿੰਦਾ ਤੁਸੀਂ ਆਪਣੇ ਆਗੂਆਂ ਦੀ ਕੀ ਕਰੋ, ਆਗਿਆਕਾਰੀ ਕਰੋ। ਪਰਮੇਸ਼ਰ ਦਾ ਦਾਸ ਕਦੀ ਤੁਹਾਨੂੰ ਬੁਰਾ ਨਹੀਂ ਕਹੂਗਾ, ਪਰਮੇਸ਼ਰ ਦਾ ਦਾਸ ਕਦੀ ਤੁਹਾਨੂੰ ਬੁਰੇ ਸ਼ਬਦ ਨਹੀਂ ਬੋਲੂਗਾ। ਪਰ ਅਸੀਂ ਬਰਕਤ ਫੇਰ ਹੀ ਲੈ ਸਕਦੇ ਹਾਂ, ਅਸੀਂ ਆਸ਼ੀਸ਼ ਤਾਂ ਹੀ ਲੈ ਸਕਦੇ ਹਾਂ ਜੇ ਅਸੀਂ ਆਪਣੇ ਆਗੂਆਂ ਦੀ ਕੀ ਕਰਾਂਗੇ, ਆਗਿਆਕਾਰੀ ਕਰਾਂਗੇ। ਆਪਣੇ ਆਗੂਆਂ ਦੀ ਗੱਲ ਮੰਨਾਂਗੇ ਤਾਂ ਅਸੀਂ ਕੀ ਲਵਾਂਗੇ, ਬਰਕਤ ਲਵਾਂਗੇ। ਅਸੀਂ ਦੋ ਬੰਦਿਆਂ ਦੀ ਗੱਲ ਬਾਈਬਲ ਦੇ ਵਿੱਚੋਂ ਪੜ੍ਹਨੀ ਆ, ਇੱਕ ਨੇ ਆਪਣੇ ਆਗੂ ਦੀ ਆਗਿਆਕਾਰੀ ਕੀਤੀ ਤੇ ਦੂਜੇ ਨੇ ਆਪਣੇ ਆਗੂ ਦੀ ਗੱਲ ਮੰਨੀ ਨਹੀਂ। ਇੱਕ ਨੇ ਆਪਣੇ ਆਗੂ ਦੀ ਗੱਲ ਮੰਨ ਲਈ ਤੇ ਦੂਜੇ ਨੇ ਆਪਣੇ ਆਗੂ ਦੀ ਗੱਲ ਨਹੀਂ ਮੰਨੀ। ਜਿਹਨੇ ਮੰਨ ਲਈ ਉਹਦੇ ਨਾਲ ਕੀ ਹੋਇਆ, ਜਿਹਨੇ ਨਹੀਂ ਮੰਨੀ ਤੇ ਉਹਦੇ ਨਾਲ ਕੀ ਹੋਇਆ। ਜਿਹਨੇ ਆਪਣੇ ਆਗੂ, ਆਪਣੇ ਦਾਸ, ਆਪਣੇ ਗੁਰੂ ਦੀ ਗੱਲ ਮੰਨ ਲਈ, ਆਪਣੇ ਗੁਰੂ ਦੇ ਆਖੇ ਲੱਗ ਗਿਆ, ਉਹਦੇ ਨਾਲ ਕੀ ਹੋਇਆ, ਤੇ ਜਿਹੜਾ ਨਹੀਂ ਲੱਗਿਆ ਉਹਦੇ ਨਾਲ ਕੀ ਹੋਇਆ। ਬਾਈਬਲ ਚ ਆ ਜਾਓ, ਦੂਜਾ ਰਾਜਾ, ਦੂਸਰਾ ਰਾਜਾ, ਪੰਜ ਅਧਿਆਏ, ਪੰਜ ਅਧਿਆਏ ਉਸ ਦਾ ਮੇਰੇ ਨਾਲ ਪੜੋ ਪਵਿੱਤਰ ਬਾਈਬਲ ਦੇ ਵਿੱਚੋਂ 15 ਵਚਨ ਤੋਂ ਪੜ੍ਹਨਾ ਸ਼ੁਰੂ ਕਰੋ। ਹਾਂ, ਇਹ ਗੱਲ ਹੋ ਰਹੀ ਆ ਨਮਾਨ ਕੋੜੀ ਦੀ। ਸੁਣਿਆ ਨਮਾਨ ਕੋੜੀ ਦੇ ਬਾਰੇ? ਹਾਂਜੀ, ਨਮਾਨ ਕੋੜੀ ਸੀਗਾ, ਉਹ ਪਰਮੇਸ਼ਰ ਦੇ ਦਾਸ ਅਲੀਸ਼ਾ ਕੋਲ ਆਇਆ। ਪਰਮੇਸ਼ਰ ਦੇ ਦਾਸ ਨੇ ਕਿਹਾ, ਜਾ ਤੂੰ ਜਰਦਨ ਨਦੀ ਵਿੱਚ ਕਿੰਨੀਆਂ ਚੁੱਭੀਆਂ ਲਾ ਲਾ,
7 ਚੁੱਭੀਆਂ ਲਾ ਲਾ। ਪਹਿਲਾਂ ਤਾਂ ਉਹਨੇ ਨਾ ਕਰ ਦਿੱਤੀ, ਫਿਰ ਉਹਦੇ ਨਾਲ ਦੇ ਨੇ ਕਿਹਾ ਵੀ ਇਦਾਂ ਵੀ ਸਵਾਮੀ ਜੀ ਜੇ ਰੱਬ ਦੇ ਬੰਦੇ ਨੇ ਤੁਹਾਨੂੰ ਕਿਹਾ ਤਾਂ ਲਾ ਲਓ, ਕੀ ਜਾਂਦਾ ਤੁਹਾਡਾ, ਹਨਾ। ਜੇ ਕਹੀ ਹੈ ਰੱਬ ਦੇ ਬੰਦੇ ਨੇ ਤੁਹਾਨੂੰ ਗੱਲ, ਮੈਂ ਮੰਨ ਲਓ ਉਹਦੀ ਗੱਲ, ਤੁਹਾਡਾ ਕੀ ਜਾਊਗਾ। ਤੇ ਜੇ ਤੁਹਾਨੂੰ ਕੋਈ ਔਖੀ ਗੱਲ ਕਹਿ ਦਿੰਦਾ, ਉਹ ਵੀ ਤਾਂ ਕਰਨੀ ਸੀਗੀ, ਤੇ ਇਹਦੇ ਨਾਲੋਂ ਬਿਹਤਰ ਆ ਜੋ ਰੱਬ ਦੇ ਬੰਦੇ ਨੇ ਕਹੀ ਆ ਮੰਨ ਲਓ। ਉਹਨੇ ਮੰਨੀ, ਯਰਦਨ ਵਿੱਚ 7 ਚੁੱਭੀਆਂ ਲਾਈਆਂ, ਤੇ 7 ਚੁੱਭੀਆਂ ਜਦੋਂ ਲਾਈਆਂ ਤੇ ਪਰਮੇਸ਼ਰ ਦਾ ਵਚਨ ਦੱਸਦਾ ਵੀ ਪਰਮੇਸ਼ਰ ਨੇ ਉਹਨੂੰ ਕੀ ਕਰ ਦਿੱਤਾ, ਉਹਦੇ ਕੋੜ ਤੋਂ ਚੰਗਾ ਕਰ ਦਿੱਤਾ। ਨਮਾਨ ਦੇ ਕੋੜ ਤੋਂ ਕੀ ਕਰ ਦਿੱਤਾ ਪ੍ਰਭੂ ਨੇ, ਚੰਗਾ ਕਰ ਦਿੱਤਾ। ਕਿਉਂ ਕੀਤਾ? ਇਹ ਨਹੀਂ ਵੀ 7 ਚੁੱਭੀਆਂ ਲਾਉਣ ਕਰਕੇ ਕੀਤਾ, ਕਿਉਂਕਿ ਉਹ ਆਪਣੇ ਦਾਸ ਦੇ ਕੀ ਲੱਗ ਗਿਆ, ਆਖੇ ਲੱਗਿਆ। ਦਾਸ ਦੀ ਗੱਲ ਮੰਨ ਲਈ, ਦਾਸ ਦਾ ਹੁਕਮ ਮੰਨ ਲਿਆ। ਭਾਵੇਂ ਜੇ ਅਲੀਸ਼ਾ ਕਹਿ ਦਿੰਦਾ ਵੀ ਜਾ 1 ਚੁੱਭੀ ਲਾ ਲਾ, ਤਾਂ ਇੱਕ ਨਾਲ ਵੀ ਕੀ ਹੋ ਜਾਣਾ ਸੀਗਾ, ਚੰਗੇ ਹੋ ਜਾਣਾ ਸੀਗਾ। ਜੇ ਉਹ ਕਹਿ ਦਿੰਦਾ ਵੀ ਜਾ ਮੁੜ ਜਾ ਆਪਣੇ ਘਰ ਨੂੰ ਵਾਪਸ, ਰਾਹ ਤੁਰੇ ਜਾਂਦੇ ਜਾਂਦੇ ਠੀਕ ਹੋ ਜਾਣਾ, ਤੇ ਉਹਨੇ ਉਦਾਂ ਵੀ ਕੀ ਹੋ ਜਾਣਾ ਸੀ, ਚੰਗਾ ਹੋ। ਪਰ ਇੱਕ ਹੁਕਮ ਦਿੱਤਾ ਉਹਨੂੰ ਵੀ ਦੇਖਾਂ ਵੀ ਆਪਣੇ ਗੁਰੂ ਦੇ ਆਖੇ ਲੱਗਦਾ ਕਿ ਨਹੀਂ ਲੱਗਦਾ। ਕਹਿੰਦਾ ਜਾ ਯਰਦਨ ਵਿੱਚ 7 ਚੁੱਭੀਆਂ। ਪਹਿਲਾਂ ਤਾਂ ਰਾਜਾ ਜਿਹੜਾ ਨਮਾਨ ਕੋੜੀ ਸੀਗਾ, ਸੈਨਾਪਤੀ ਸੀ ਜਿਹੜਾ, ਪਹਿਲਾਂ ਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਆਇਆ ਵੀ ਐਡਾ ਵੱਡਾ ਮੈਂ ਸੈਨਾਪਤੀ ਆ, ਐਡਾ ਵੱਡਾ ਰਾਜਾ ਆ, ਤੇ ਮੈਂ ਇਹ ਗੰਦੀ ਜਿਹੀ ਨਦੀ ਯਰਦਨ ਦੇ ਵਿੱਚ ਚੁੱਭੀਆਂ ਲਾਵਾਂ। ਇਹਦੇ ਨਾਲੋਂ ਤਾਂ ਕਹਿੰਦਾ ਵਧੀਆ ਚੁੱਭੀਆਂ ਸਾਡੇ ਆਰਾਮ ਦੇਸ਼ ਵਿੱਚ ਹੈ, ਵਧੀਆ ਨਦੀਆਂ ਜਿਹੜੀਆਂ ਸਾਡੇ ਦੇਸ਼ ਵਿੱਚ ਹੈ, ਮੈਂ ਉੱਥੇ ਨਹਾ ਸਕਦਾ ਆ। ਵੀ ਆਹ ਤਾਂ ਨਦੀ ਵੀ ਇੰਨੀ ਚੰਗੀ ਨਹੀਂ ਹੈਗੀ। ਪਰ ਉਹਦੇ ਨਾਲ ਦੇ ਨੇ ਸਮਝਾਇਆ ਵੀ ਰੱਬ ਦੇ ਬੰਦੇ ਦੀ ਗੱਲ ਕਦੀ ਮੋੜਨੀ, ਜੇ ਰੱਬ ਦੇ ਬੰਦੇ ਨੇ ਕੋਈ ਗੱਲ ਕਹੀ ਹੈ ਤੇ ਉਹਨੂੰ ਕੀ ਕਰ ਲੋ, ਮੰਨ ਲਓ। ਇਸ ਤਰ੍ਹਾਂ ਕਰਕੇ ਪ੍ਰਭੂ ਦਾ ਵਚਨ ਦੱਸਦਾ ਵੀ ਉਹਨੇ ਚੁੱਭੀਆਂ ਲਾ ਲਈਆਂ, ਉਹਦਾ ਕੋੜ ਠੀਕ ਹੋ ਗਿਆ। ਹੁਣ ਕੋੜ ਤੋਂ ਬਾਅਦ ਹੁਣ ਉਹਨੇ ਸੋਚਿਆ ਵੀ ਮੈਂ ਰੱਬ ਦੇ ਬੰਦੇ ਲਈ ਕੋਈ ਭੇਟ ਦਵਾਂ, ਹਨਾ, ਵੀ ਮੈਨੂੰ ਚੰਗਾਈ ਮਿਲ ਗਈ ਆ, ਮੈਂ ਕੁਛ ਰੱਬ ਦੇ ਸੇਵਕ ਨੂੰ ਦੇ ਕੇ ਆਵਾਂ ਕੁਛ। ਅੱਗੇ ਪੜੋ ਕੀ ਹੁੰਦਾ, ਪੜੀਏ। ਹਾਂ, ਜਦੋਂ ਚੁੱਭੀਆਂ ਲਾ ਲਈਆਂ ਉਹਨੇ, ਠੀਕ ਹੋ ਗਿਆ, ਤੇ ਉਹਦੀ ਸਾਰੀ ਟੋਲੀ ਜਿਹੜੀ ਹੈ ਰੱਬ ਦੇ ਬੰਦੇ ਕੋਲ ਆਏ। ਹਾਂਜੀ, ਉਹਦੇ ਕੋਲ ਆਣ ਕੇ ਬੋਲਿਆ, ਵੇਖ ਮੈਂ ਜਾਣਦਾ ਆ ਇਸਰਾਇਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਧਰਤੀ ਉੱਤੇ ਕੋਈ ਦੂਜਾ ਪਰਮੇਸ਼ਵਰ ਨਹੀਂ ਹੈਗਾ। ਆਪਣੇ ਦਾਸ ਦੀ ਵੀ ਇੱਕ ਭੇਟ ਕਬੂਲ ਕਰੋ। ਹਾਂ, ਕਹਿੰਦਾ ਜਾ ਤੇਰਾ ਕੋੜ ਠੀਕ ਹੋ ਗਿਆ, ਮੈਂ ਤੇਰੇ ਨਾ ਪੈਸੇ ਵਿੱਚੋਂ ਲਵਾਂਗਾ, ਨਾ ਤੇਰੇ ਸੋਨੇ ਵਿੱਚੋਂ ਲਵਾਂਗਾ, ਨਾ ਮੈਂ ਤੇਰੀ ਚਾਂਦੀ ਵਿੱਚੋਂ ਕੁਛ ਲਵਾਂਗਾ। ਜਿੱਦਾਂ ਲੈ ਕੇ ਆਇਆ ਤੂੰ ਏਦਾਂ ਹੀ ਇਹਨੂੰ ਕੀ ਕਰ ਲੈ, ਵਾਪਸ ਲੈ ਜਾ। ਅੱਗੇ ਪੜੋ। ਉਹਦੇ ਖੈੜੇ ਪਿਆ, ਰੱਖ ਲੋ ਜੀ ਰੱਖ ਲੋ, ਨਜ਼ਰਾਨਾ ਲੈ ਕੇ ਆਏ ਆ, ਭੇਟ ਲੈ ਕੇ ਆਏ ਆ ਤੁਹਾਡੇ ਲਈ। ਪਰ ਪ੍ਰਭੂ ਨੇ ਉਹਨੂੰ ਮਨਾ ਕਰ ਦਿੱਤਾ ਸੀ, ਤੂੰ ਇਹਦੀ ਭੇਟ ਲੈਣੀ ਨਹੀਂ, ਕਿਉਂਕਿ ਪਰਮੇਸ਼ਰ ਨੇ ਸ਼ਾਉਲ ਨੂੰ ਵੀ ਇਹ ਆਗਿਆ ਦਿੱਤੀ ਸੀ ਵੀ ਜਿੱਥੇ ਤੁਸੀਂ ਯੁੱਧ ਲਈ ਜਾਓ ਉੱਥੇ ਦੀ ਇੱਕ ਚੀਜ਼ ਵੀ ਲੈ ਕੇ ਨਹੀਂ ਆਉਣੀ ਨਾਲ, ਕਿਉਂਕਿ ਉਹ ਚੜਾਵਿਆਂ ਦੀਆਂ, ਉਹ ਜਾਦੂ ਟੂਣੇ ਦੀਆਂ ਚੀਜ਼ਾਂ ਆ, ਤੇ ਉਹ ਉਹਨਾਂ ਦੇ ਦੇਸ਼ ਦੇ ਜਿਤਨੂੰ ਉਹ ਪੂਜਾ ਕਰਦੇ ਆ ਮਨਸੀਆਂ ਹੋਈਆਂ ਚੀਜ਼ਾਂ ਆ, ਉਹਨਾਂ ਵਿੱਚੋਂ ਇੱਕ ਵੀ ਚੀਜ਼ ਲੈ ਕੇ ਨਹੀਂ ਆਉਣੀ। ਇਹ ਵੀ ਹੁਣ ਆਰਾਮ ਦਾ ਸੈਨਾਪਤੀ ਜਿਹੜਾ ਆਪਣੇ ਦੇਸ਼ ਦੀਆਂ ਚੀਜ਼ਾਂ ਲੈ ਕੇ ਆਇਆ, ਪਰ ਪ੍ਰਭੂ ਕਦੀ ਵੀ ਉਸ ਨਜ਼ਰਾਨੇ ਨੂੰ ਕਬੂਲ ਨਹੀਂ ਕਰਦਾ, ਕਿਉਂਕਿ ਇਹ ਭ੍ਰਿਸ਼ਟ ਚੀਜ਼ਾਂ ਪ੍ਰਭੂ ਨੇ ਮਨਾ ਕੀਤਾ ਵੀ ਨਹੀਂ ਲੈਣੀਆਂ, ਤੇ ਨਹੀਂ ਲੈਣੀਆਂ। ਰੱਬ ਦੇ ਦਾਸ ਨੇ ਨਾ ਕਰ ਦਿੱਤੀ ਕਿ ਕਹਿੰਦਾ ਇਹਦੇ ਵਿੱਚੋਂ ਇੱਕ ਚੀਜ਼ ਵੀ ਮੈਂ ਨਹੀਂ ਲਵਾਂਗਾ। ਅੱਗੇ ਪੜੋ। ਹਾਂ, ਪਰਮੇਸ਼ਰ ਦੇ ਦਾਸ ਨੇ ਨਾ ਕਰ ਦਿੱਤੀ, ਤਦ ਨਮਾਨ ਨੇ ਕਿਹਾ
ਹਾਂ ਇਸ ਤੋਂ ਬਾਅਦ ਆ ਜਾਓ ਆਪਾਂ ਹੁਣ ਰੱਬ ਦੇ ਦਾਸ ਨੇ ਤਾਂ ਨਹੀਂ ਲਿਆ ਕੁਝ ਵੀ, ਅਲੀਸ਼ਾ ਨੇ ਕੁਝ ਵੀ, ਪਰ ਅਲੀਸ਼ਾ ਦਾ ਅੱਗੇ ਚੇਲਾ ਸੀ ਇੱਕ, ਰੱਬ ਦੇ ਦਾਸ ਦਾ ਅੱਗੇ ਇੱਕ ਹੋਰ ਚੇਲਾ ਸੀਗਾ। ਜਿੱਦਾਂ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਕਿ ਆਪਾਂ ਨੂੰ ਲੜਕੇ ਚਾਹੀਦੇ ਆ ਸੇਵਾ ਵਾਸਤੇ ਚਰਚ ਨੂੰ, ਹਨਾ, ਵੀ ਸਾਡੇ ਨਾਲ ਸਾਥ ਦੇਣ ਖੜੇ ਹੋ ਕੇ, ਸਾਨੂੰ ਯੂਥ ਚਾਹੀਦਾ। ਐਦਾਂ ਕੀ ਹੋਇਆ, ਰੱਬ ਦੇ ਦਾਸ ਨਾਲ ਇੱਕ ਲੜਕਾ ਰਹਿੰਦਾ ਸੀ, ਇੱਕ ਮੁੰਡਾ ਰਹਿੰਦਾ ਸੀ। ਰੱਬ ਦੇ ਦਾਸ ਨੇ ਨਾ ਕਰ ਦਿੱਤੀ, ਕੁਛ ਨਹੀਂ ਲੈਣਾ, ਪਰ ਉਹਦਾ ਸੋਨਾ ਚਾਂਦੀ ਵੱਲ ਦੇਖ ਕੇ ਮਨ ਕੀ ਹੋ ਗਿਆ, ਖਰਾਬ ਹੋ ਗਿਆ। ਕਹਿੰਦਾ ਸਾਡਾ ਤਾਂ ਐਵੇਂ ਸੇਵਕ ਐਵੇਂ ਮੋੜੀ ਜਾਂਦਾ, ਹਨਾ, ਸਾਡੇ ਸੇਵਕ ਦਾ ਤਾਂ ਖਰੇ ਦਿਮਾਗ ਖਰਾਬ ਹੋਇਆ ਪਿਆ, ਇਹ ਤਾਂ ਐਵੇਂ ਇੰਨਾ ਹੱਥ ਆਇਆ ਜਿਹੜਾ ਮਾਲ ਕੀ ਕਰੀ ਜਾਂਦਾ, ਵਾਪਸ ਕਰੀ ਜਾਂਦਾ। ਉਹਨੇ ਆਪਣੇ ਗੁਰੂ ਨੂੰ ਨਹੀਂ ਦੱਸਿਆ, ਉਹਨਾਂ ਦੇ ਪਿੱਛੇ ਦੌੜ ਗਿਆ ਚੁੱਪ ਕਰਕੇ ਕਿ ਮੈਂ ਚੋਰੀ ਚੋਰੀ ਕਰਦਾ, ਇਹਨੇ ਤਾਂ ਲੈਣਾ ਨਹੀਂ ਕੁਛ ਵੀ, ਚੱਲ ਮੈਂ ਲੈ ਕੇ ਆਪਣੇ ਘਰ ਕੀ ਕਰਿਆ ਰੱਖਾ, ਇਹ ਪੈਸਾ ਜਿਹੜਾ ਆ ਮੈਂ ਲੈ ਕੇ ਆਪਣੇ ਘਰੇ ਰੱਖਿਆ ਨਾ ਆ, ਮੇਰੇ ਸੇਵਕ ਨੂੰ ਕਿਹੜਾ ਪਤਾ ਲੱਗਦਾ ਪਿਆ। ਪਰ ਗੱਲ ਕੀ ਹੋਈ ਅੱਗੇ ਪੜਾਂਗੇ, ਮੇਰੇ ਨਾਲ ਪਰਮੇਸ਼ਰ ਦੀ ਬਾਣੀ ਚੋਂ ਪੜ੍ਹੀਏ, 20 ਵਚਨ ਤੋਂ ਪੜੋ। ਹਾਂ, ਜਿਹੜਾ ਪਰਮੇਸ਼ਰ ਦੇ ਦਾਸ ਅਲੀਸ਼ਾ ਦਾ ਅੱਗਾ ਗਹੇਜੀ ਚੇਲਾ ਸੀਗਾ, ਉਹਨੇ ਆਪਣੇ ਦਿਲ ਵਿੱਚ ਕਿਹਾ ਵੀ ਦੇਖੋ ਮੇਰੇ ਦਾਸ ਲਈ ਇੰਨਾ ਕੁਛ ਲੈ ਕੇ ਆਏ ਸੀ, ਮੇਰੇ ਦਾਸ ਨੇ ਤਾਂ ਮੋੜ ਦਿੱਤਾ, ਉਹਨਾਂ ਨੂੰ ਝਿੜਕ ਦਿੱਤਾ, ਮੋੜ ਦਿੱਤਾ ਵਾਪਸ, ਪਰ ਮੈਂ ਕੀ ਕਰਾਂਗਾ। ਅੱਗੇ ਪੜੋ। ਉਹ ਆਪਣੇ ਨਾਲ ਗੱਲਾਂ ਕਰਨ ਲੱਗਾ, ਮੈਨੂੰ ਜਿਉਂਦੇ ਪਰਮੇਸ਼ਰ ਦੀ ਸਹੁੰ, ਉਹਦੇ ਪਿੱਛੇ ਮੈਂ ਜਾਵਾਂਗਾ, ਉਹਦੇ ਕੋਲੋਂ ਕੁਛ ਲੈ ਕੇ ਆਵਾਂ। ਦਾਸ ਨੇ ਤਾਂ ਲਿਆ ਨਹੀਂ ਕੁਛ ਵੀ, ਦਾਸ ਨੇ ਕੁਛ ਨਹੀਂ ਲਿਆ, ਪਰ ਚੇਲੇ ਦੇ ਮਨ ਵਿੱਚ ਕੀ ਆ ਗਿਆ, ਲਾਲਚ ਆ ਗਿਆ। ਉਹ ਕਹਿੰਦਾ ਚੱਲ ਇਹਨੇ ਨਹੀਂ ਲੈਣਾ ਤਾਂ ਮੈਨੂੰ ਤਾਂ ਮਿਲੇ, ਇਹਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਤੇ ਹੈਗੀ ਆ। ਮਨ ਬੇਈਮਾਨ ਹੋ ਗਿਆ, ਮਨ ਵਿੱਚ ਲੋਭ ਆ ਗਿਆ, ਮਨ ਵਿੱਚ ਹੰਕਾਰ ਆ ਗਿਆ, ਤੇ ਉਹ ਗਿਆ, ਉਹ ਆਪਣੇ ਦਾਸ ਨੂੰ ਦੱਸੇ ਤੋਂ ਬਿਨਾਂ ਹੀ ਚਲਾ ਗਿਆ। ਹਾਂਜੀ ਪੜੋ। ਗਹੇਜੀ ਜਿਹੜਾ ਨਮਾਨ ਕੋੜੀ ਦੇ ਪਿੱਛੇ ਦੌੜਿਆ, ਜਦੋਂ ਰੱਥਾਂ ਤੇ ਜਾ ਰਿਹਾ ਸੀਗਾ ਤੇ ਉਹਨੇ ਦੇਖਿਆ ਕਿ ਮੇਰੇ ਮਗਰ ਕੋਈ ਦੌੜਾ ਦੌੜਾ ਆਉਂਦਾ ਆ। ਉਹ ਨਮਾਨ ਜਿਹਦਾ ਕੋੜ ਠੀਕ ਹੋਇਆ ਸੀ ਆਪਣੇ ਰੱਥ ਤੋਂ ਉਤਰਿਆ, ਉਹ ਬੋਲਿਆ, ਕਹਿੰਦਾ ਸੁੱਖ ਤਾਂ ਹੈਗੀ ਐ। ਉਸ ਗਹੇਜੀ ਨੇ ਜਿਹੜਾ ਅਲੀਸ਼ਾ ਦਾ ਚੇਲਾ ਸੀ, ਉਹਨੇ ਅੱਗੋਂ ਕਿਹਾ ਸਭ ਠੀਕ ਠਾਕ ਹੈ। ਹਾਂ, ਮੇਰੇ ਦਾਸ ਨੇ ਮੈਨੂੰ ਭੇਜਿਆ ਤੁਹਾਡੇ ਕੋਲ, ਪਰ ਭੇਜਿਆ ਸੀ ਉਹਦੇ ਦਾਸ ਨੇ, ਭੇਜਿਆ ਨਹੀਂ ਸੀਗਾ, ਆਪਣੀ ਮਰਜ਼ੀ ਨਾਲ ਆਇਆ। ਜਦੋਂ ਗਿਆ ਕਹਿੰਦਾ ਮੈਨੂੰ ਮੇਰੇ ਸੇਵਕ ਨੇ, ਮੇਰੇ ਦਾਸ ਨੇ, ਮੈਨੂੰ ਮੇਰੇ ਗੁਰੂ ਨੇ ਭੇਜਿਆ ਤੁਹਾਡੇ ਕੋਲ। ਹਾਂਜੀ ਹਾਂ, ਕਹਿੰਦਾ ਮੇਰੇ ਗੁਰੂ ਨੇ ਕਿਹਾ ਮੇਰੇ ਘਰ 2 ਜਣੇ ਪ੍ਰਾਹੁਣੇ ਦੇ ਤੌਰ ਤੇ ਆਏ ਆ, ਤੇ ਏਦਾਂ ਕਰ ਵਿੱਚੋਂ ਮੈਨੂੰ ਥੋੜਾ ਜਿਹਾ ਸਮਾਨ ਦੇ ਦੇ, ਮੈਨੂੰ ਲੋੜ ਹੈ। ਹਾਂਜੀ, ਨਮਾਨ ਨੇ ਕਿਹਾ ਖੁਸ਼ੀ ਨਾਲ ਲੈ। ਉਹਦੇ ਖਹਿੜੇ ਪੈ ਗਿਆ। ਹਾਂ, ਕਿੰਨੇ ਤੋੜੇ ਚਾਂਦੀ ਦੇ ਜੀ? 2 ਤੋੜੇ ਚਾਂਦੀ ਦੇ ਭਰ ਕੇ ਉਹਨੂੰ ਕੀ ਕਰ ਦਿੱਤੇ, ਬੰਨ ਦਿੱਤੇ, ਵਸਤਰ ਦੇ ਦਿੱਤੇ, ਹੋਰ ਬਹੁਮੁੱਲੀਆਂ ਚੀਜ਼ਾਂ ਵੀ ਉਹਨੂੰ ਕੀ ਕਰ ਦਿੱਤੀਆਂ, ਦੇ ਦਿੱਤੀਆਂ। ਅੱਗੇ
हाँ, उन्होंने जेड़े नमान कोड़ी जिहदा कोड़ ठीक होया उन्हें अपने नाल 2 नौकर भी भेजे, जा जिथे लैके जाना चाहुंदा इहदे नाल रखा के आओ समान। हाँ जी, हाँ, उन्होंने वो समान चक्या ते तुर पे। जदों पहाड़ी टिल्ले दे कोल पहुंचया, हाँ, वो जिन्ना माल धन सीगा की कर लिया अपने घर विच रख लिया। हाँ जी, वो जिहड़े आदमी राजे ने भेजे सी उन्होंने वापस कर दिता। जदों वापस चले गए, जदों अपने स्वामी कोल अंदर आण के खलोता तां हुण की होया, माल धन जिहड़ा आ घर विच रखिया आ हुण अपने गुरु दे कोल गया भी मेरे गुरु नूं किहड़ा कोई गल दा पता है ना। उन्हें तां मोड़ दिता, चल मेरा सर गया। वो मोड़ के की कीता, उन्हें अपना सारा धन दौलत जाके की कर दिता, उत्थे जाके रख दिता। पढ़ो हाँ, परमेश्वर की बाणी च लिखिया, परमेश्वर के वचन दे विच इह गल लिखी, कहंदा भी कित्थों आया मेरा चेला घुम के, कहंदा बस इधरों उधरों किते नहीं गया सीगा, इत्थे ही सीगा। हाँ जी, तां उन्हें कहा, उहदे गुरु ने कहा, जदों सैनापति अपने रथ तो हेठां उतरिया तेनू मिलण वास्ते, मेरा जिहड़ा दिल तेरे नाल नहीं सीगा उत्थे। हाँ, बस की लिखिया, कहंदा जदों तू उहदे रथां तो लहारिया सी सोना चांदी धन दौलत, तो मेरा दिल तेरे नाल सी, मैं वेख लिया सी तेरे। देखिया किदां रब दा बंदा ते अपने घर विच प्रार्थना कर रहा सी, परमेश्वर ने उन्हें दुआ विच ही दिखा दिता सी कि जेड़ा तेरा चेला तेरे नाल की कर रहा, बेईमानी कर रहा। जेड़ा तेरा चेला तेरे नाल की कर रहा, बेईमानी कर रहा। प्रभु ने दस दिता अपने बंदे नूं, कहंदा जा तू लालच कीता, हुण नमान दा कोड़ तैनू ते तेरी अंश नूं सदा तक बनिया रहेगा। ओदा कोड़ किहदे ते रहेगा, तेरे उत्ते भी ते तेरी अंश उत्ते भी। हुण देखो ये कोड़ जेड़ा ओदे उत्ते क्यों आया, क्योंकि उन्हें अपने गुरु की गल नहीं मनी। गुरु ने क्यों भेजा सी वापस धन दौलत, उन्हें पता सी ये शरापिया होया पैसा आ, ये शरापिया होया धन दौलत आ, इनू असी वरत नहीं सकता। उन्हें की कीता, वापस कर दिते, पर ओदे चेले ने लालच करके अपने घर रखिया आ, ते गुरु तो की लै लिया, शराब। कहंदा जा जेड़ा नमान दा कोड़ जरदन दे विच उतरिया ना, ओ हुण तेरे उत्ते ते तेरी अंश उत्ते सदा लई बनिया रहेगा। जे अपने गुरु दे आखे लगोगे तो जिंदगी पाओगे। नमान ने गुरु दी गल मन्नी, नमान ने अपने दास सेवक दी गल मन्नी, 7 चुबियां ला लईयां ते ओदा कोड़ की हो गया, दूर हो गया। पर गेहेजी ने अपने गुरु दी गल, अपने दास दी गल नहीं मन्नी, अपने आगू दी नहीं मन्नी, उन्हें अपनी मर्जी की ते की कर लिया, अपने उत्ते सजा लैके आ गए। इस तो बाद असी हुण जे पढ़ते हैं तो समा बहुत ज्यादा हो जाएगा, पर मैं शॉर्ट विच दस देना तुहानू, तुसी इहनू अपने पढ़ सकते हो। वैसे घर विच जाके दूसरा राजा 2 अध्याय दे विच असी इहनू पढ़ सकते, तुसी बाद विच घर पढ़ लेना। दूजा राजा 2 अध्याय, एलिया ते हां अलीशा,
ਜਿਹੜਾ ਅਲੀਸ਼ਾ ਸੀਗਾ, ਜਿਹਦੀ ਗੱਲ ਹੁਣ ਕੀਤੀ ਆਪਾਂ, ਜਿਹਦੇ ਦੁਆਰਾ ਪ੍ਰਭੂ ਨੇ ਚਮਤਕਾਰ ਕੀਤਾ, ਕੋढ़ ਠੀਕ ਕਰ ਦਿੱਤਾ, ਔਰ ਉਹਦੇ ਚੇਲੇ ਨੂੰ ਸ਼ਰਾਪ ਅੱਗੇ ਮਿਲਿਆ। ਪਰ ਜਿਹੜਾ ਅਲੀਸ਼ਾ ਰੱਬ ਦਾ ਦਾਸ ਸੀਗਾ, ਇਹਦਾ ਵੀ ਅੱਗੇ ਇੱਕ ਗੁਰੂ ਸੀ, ਉਹਦਾ ਨਾਮ ਸੀ ਏਲੀਆ। ਉਹਦਾ ਨਾਮ ਏਲੀਆ ਸੀ। ਤੇ ਏਲੀਆ ਜਿਹੜਾ ਸੀ, ਉਹਦੇ ਜਦੋਂ ਜਾਣ ਦੇ ਦਿਨ ਪੂਰੇ ਹੋ ਗਏ ਨਾ, ਪਰਮੇਸ਼ਰ ਕੋਲੋਂ ਜਾਣ ਦਾ ਸਮਾਂ ਆ ਗਿਆ, ਤੇ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਵੀ ਮੈਂ ਤੈਨੂੰ ਹੁਣ ਥੋੜੇ ਸਮੇਂ 'ਚ ਹੀ ਲੈ ਜਾਵਾਂਗਾ। ਤੇ ਅਲੀਸ਼ਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰਾ ਦਾਸ ਮੇਰੇ ਤੋਂ ਕੀ ਹੋਣ ਵਾਲਾ, ਵਿਛੜਨ ਵਾਲਾ ਆ। ਤੇ ਉਹਨੇ ਆਪਣੇ ਦਾਸ ਦਾ ਪਿੱਛਾ ਨਹੀਂ ਛੱਡਿਆ, ਆਪਣੇ ਦਾਸ ਦੇ ਪਿੱਛੇ ਪੈ ਗਿਆ। ਕਹਿੰਦਾ ਨਹੀਂ, ਮੈਂ ਤੁਹਾਡੇ ਨਾਲ ਹੀ ਰਹਿਣਾ ਹਾਂ। ਅੱਗੇ ਭਾਵੇਂ ਥੋੜਾ ਬਹੁਤਾ ਇੱਧਰ ਉੱਧਰ ਹੋ ਵੀ ਜਾਂਦਾ ਸੀ, ਪਰ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਮੇਰਾ ਦਾਸ ਹੁਣ ਮੇਰੇ ਤੋਂ ਜਾਣ ਵਾਲਾ ਆ, ਉਹਨੇ ਆਪਣੇ ਦਾਸ ਦਾ ਕੀ ਨਹੀਂ ਛੱਡਿਆ, ਪਿੱਛਾ ਨਹੀਂ ਛੱਡਿਆ। ਮੇਰੇ ਭਾਈ ਭੈਣੋ, ਏਲੀਆ ਨੇ ਬੜੇ ਬਹਾਨੇ ਲਾਏ। ਕਹਿੰਦਾ ਮੈਨੂੰ ਥੋੜਾ ਜਿਹਾ ਕੰਮ ਆ ਭਾਈ, ਮੈਂ ਉੱਥੇ ਜਾਣਾ ਆ, ਮੈਨੂੰ ਜਾਣ ਦੇ। ਤੇ ਅਲੀਸ਼ਾ ਪਿੱਛੋਂ ਕਹਿੰਦਾ ਭਾਈ, ਜਿਉਂਦੇ ਯਹੋਵਾ ਦੀ ਸਹੁੰ, ਤੇਰਾ ਦਾਸ ਤੈਨੂੰ ਇੰਨੇ ਸਮੇਂ ਲਈ ਵੀ ਨਹੀਂ ਛੱਡੇਗਾ, ਤੇਰੇ ਨਾਲ ਹੀ ਰਹੇਗਾ। 3 ਵਾਰ ਏਲੀਆ ਨੇ ਬਹਾਨਾ ਲਾਇਆ, ਮੈਨੂੰ ਜਾਣ ਦੇ, ਮੈਂ ਜਾਣਾ, ਮੈਨੂੰ ਕੰਮ ਹੈ। 3 ਵਾਰ ਅਲੀਸ਼ਾ ਨੇ ਕਿਹਾ, ਜਿਉਂਦੇ ਯਹੋਵਾ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ। ਜਿੰਨੀ ਵਾਰ ਏਲੀਆ ਨੇ ਬਹਾਨਾ ਲਾਇਆ, ਏਲੀਆ ਨੂੰ ਪਤਾ ਸੀ ਵੀ ਮੈਂ ਹੁਣ ਪਲਾਂ ਵਿੱਚ ਹੀ ਸਵਰਗ ਨੂੰ ਕੀ ਕਰ ਜਾਣਾ, ਚਲੇ ਜਾ। ਪਰ ਅਲੀਸ਼ਾ ਨੂੰ ਪਤਾ ਲੱਗ ਗਿਆ ਸੀ, ਉਹ ਵੀ ਫਿਰ ਵੀ ਰੱਬ ਦਾ ਦਾਸ ਸੀਗਾ, ਭਾਵੇਂ ਉਹਦਾ ਚੇਲਾ ਹੀ ਸੀਗਾ, ਪਰ ਸੀਗਾ ਤੇ ਉਹ ਵੀ ਕੀ ਸੀ, ਪਰਮੇਸ਼ਰ ਉਹਦੇ ਤੇ ਵੀ ਆਪਣੀਆਂ ਗੱਲਾਂ ਕੀ ਕਰਦਾ ਸੀ, ਪ੍ਰਗਟ ਕਰਦਾ। ਕਹਿੰਦਾ ਮੈਂ ਨਹੀਂ ਛੱਡਣਾ ਉਦੋਂ ਤੱਕ, ਮੇਰਾ ਅੱਜ ਦਿਲ ਨਹੀਂ ਕਰਦਾ ਤੈਨੂੰ ਇਕੱਲੇ ਛੱਡਣ ਵਾਸਤੇ, ਅੱਜ ਤਾਂ ਮੈਂ ਤੇਰੇ ਨਾਲ ਹੀ ਰਹਿਣਾ। ਫਿਰ ਏਲੀਆ ਨੇ ਸਾਰੀ ਵਿਚਲੀ ਗੱਲ ਦੱਸ ਦਿੱਤੀ, ਭਾਈ ਚਾਹੇ ਤੂੰ ਮੇਰੇ ਨਾਲ ਰਹਿ ਤੇ ਚਾਹੇ ਤੂੰ ਜਾਣਾ ਤੇ ਮੈਨੂੰ ਪੈਣਾ ਹੈ, ਚਾਹੇ ਮੈਂ ਬਿਨਾਂ ਦੱਸੇ ਤੋਂ ਚੱਲ ਜਾ ਤੇ ਚਾਹੇ ਤੈਨੂੰ ਦੱਸ ਕੇ ਜਾਵਾਂ, ਮੇਰਾ ਸਮਾਂ ਬਹੁਤ ਨੇੜੇ ਆ ਗਿਆ, ਮੈਨੂੰ ਪਰਮੇਸ਼ਰ ਦੇ ਕੋਲ ਜਾਣਾ ਪੈਣਾ, ਮੈਨੂੰ ਪ੍ਰਭੂ ਸੱਦ ਰਿਹਾ। ਜਦੋਂ ਇੰਨੀ ਗੱਲ ਹੋਈ ਤੇ ਕਹਿੰਦਾ, ਜਿਉਂਦੇ ਯਹੋਵਾ ਦੀ ਸਹੁੰ, ਮੈਨੂੰ ਛੱਡ ਕੇ ਜਾਣਾ ਤੂੰ, ਮੈਨੂੰ ਵੀ ਆਪਣੇ ਨਾਲ ਹੀ ਲੈ ਜਾ। ਕਹਿੰਦਾ ਏਦਾਂ ਹੋ ਨਹੀਂ ਸਕਦਾ, ਤੂੰ ਹਜੇ ਬਹੁਤ ਸੇਵਾ ਕਰਨੀ ਆ, ਮੇਰੇ ਪਿੱਛੋਂ ਪਰਮੇਸ਼ਰ ਤੇਰੇ ਦੁਆਰਾ ਕੰਮ ਕਰੇਗਾ, ਮੇਰੇ ਬਾਅਦ ਤੂੰ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਸੇਵਾ ਕਰੇਗਾ। ਜਦੋਂ ਇੰਨੀ ਗੱਲ ਹੋਈ ਤਾਂ ਮੇਰੇ ਭਾਈ ਭੈਣੋ, ਸਮਾਂ ਦੱਸਦਾ, ਬਾਈਬਲ ਦੱਸਦੀ ਇਸ ਗੱਲ ਨੂੰ, ਕਿ ਉਹ ਮੰਨਿਆ ਨਹੀਂ। ਕਹਿੰਦਾ ਮੈਂ ਨਹੀਂ ਤੈਨੂੰ ਜਾਣ ਦੇਣਾ। ਕਹਿੰਦਾ ਮੈਨੂੰ ਆਪਣੀ ਸ਼ਰਤ ਦੱਸ ਦੇ ਭਾਈ, ਤੈਨੂੰ ਕੀ ਚਾਹੀਦਾ, ਮੈਂ ਤੈਨੂੰ ਉਹੀ ਦੇ ਦੇਵਾਂ, ਤੂੰ ਮੇਰੀ ਜਾਨ ਛੱਡ ਦੇ, ਮੈਨੂੰ ਜਾਣਾ ਪੈਣਾ ਹੈ। ਕਹਿੰਦਾ ਠੀਕ ਹੈ, ਜੇ ਹਾਂ ਗੱਲ ਹੈ ਤੇ ਮੈਂ ਤੁਹਾਨੂੰ ਇੱਕ ਸ਼ਰਤ ਤੇ ਜਾਣ ਦਿੰਦਾ ਆ। ਕਹਿੰਦਾ ਕਿਹੜੀ ਸ਼ਰਤ? ਕਹਿੰਦਾ ਜਿਹੜੀ ਸ਼ਕਤੀ ਤੁਹਾਡੇ ਵਿੱਚ ਹੈ, ਇਹ ਤੋਂ ਡਬਲ ਸ਼ਕਤੀ ਮੇਰੇ ਵਿੱਚ ਹੋਣੀ ਚਾਹੀਦੀ ਹੈ। ਦੋਹਰਾ ਮਸਾ, ਕਿੱਦਾਂ ਦਾ ਮਸਾ? ਦੋਹਰਾ, ਦੁੱਗਣਾ ਮਸਾ ਮੇਰੇ ਤੇ ਹੋਣਾ ਚਾਹੀਦਾ। ਜਿਹੜਾ ਮਸਾ ਪਰਮੇਸ਼ਵਰ ਦਾ ਤੁਹਾਡੇ ਉੱਤੇ ਆ, ਕਿਉਂਕਿ ਏਲੀਆ ਤੇ ਬਹੁਤ ਵੱਡਾ ਮਸਾ ਸੀ। ਏਲੀਆ ਕਹਿੰਦਾ ਸੀ ਮੀਂਹ ਆ ਜਾਏ ਤੇ ਮੀਂਹ ਆ ਜਾਂਦਾ ਹੁੰਦਾ ਸੀ। ਏਲੀਆ ਕਹਿੰਦਾ ਸੀ ਅਸਮਾਨ ਬੰਦ ਹੋ ਜਾਏ ਤੇ 3 ਸਾਢੇ 3 ਸਾਲ ਤੱਕ ਕਾਲ ਪਿਆ ਰਿਹਾ ਧਰਤੀ ਤੇ। ਏਲੀਆ ਜਿੰਨੀ ਸਾਮਰਥ ਸੀਗੀ, ਕਹਿੰਦਾ ਜਿਹੜੀ ਸ਼ਕਤੀ ਤੁਹਾਡੇ ਵਿੱਚ ਹੈ ਉਹ ਮੇਰੇ ਉੱਤੇ ਵੀ। ਏਲੀਆ ਤੋਂ ਸ਼ਕਤੀ ਸੀ, ਉੱਤੇ ਹੱਥ ਕਰਦਾ ਸੀ, ਕਾਸ਼ਾਂ ਤੋਂ ਅੱਗ ਹੁੰਦੀ ਸੀ ਹੇਠਾਂ, ਇੰਨੀ ਸ਼ਕਤੀ ਸੀ ਏਲੀਆ ਦੇ ਕੋਲ, ਇੰਨਾ ਮਸਾ ਸੀ ਪਰਮੇਸ਼ਵਰ ਦਾ ਏਲੀਆ ਦੇ ਕੋਲ। ਅਲੀਸ਼ਾ ਨੂੰ ਪਤਾ ਸੀ ਮੈਂ ਆਪਣੇ ਦਾਸ ਦੀ ਆਗਿਆਕਾਰੀ ਕਰਾਂਗਾ ਤੇ ਇਹ ਮਸਾ ਮੇਰੇ ਕੋਲ ਵੀ ਹੋਵੇਗਾ, ਮੇਰੇ ਆਸ ਵਾਲੀ ਤਾਕਤ ਮੇਰੇ ਕੋਲ ਵੀ ਹੋਵੇਗੀ ਜੇ ਮੈਂ ਆਪਣੇ ਦਾਸ ਦੀ ਗੱਲ ਮੰਨਾਂਗਾ। ਮੇਰੇ ਭਾਈ ਭੈਣੋ, ਜਦੋਂ ਇਹ ਗੱਲ ਹੋਈ ਤਾਂ ਪ੍ਰਭੂ ਦਾ ਵਚਨ ਦੱਸਦਾ, ਪ੍ਰਭੂ ਦੀ ਬਾਣੀ ਦੱਸਦੀ ਹੈ, ਏਲੀਆ ਨੇ ਕਿਹਾ ਦੱਸ ਕੀ ਚਾਹੀਦਾ ਤੈਨੂੰ? ਕਹਿੰਦਾ ਮੈਨੂੰ ਦੁੱਗਣੀ ਸ਼ਕਤੀ ਚਾਹੀਦੀ ਹੈ। ਜਿੰਨਾ ਮਸਾ ਤੁਹਾਡੇ ਕੋਲ ਆ, ਤੁਹਾਡੇ ਨਾਲੋਂ ਵੀ ਕੀ ਚਾਹੀਦਾ? ਮੈਨੂੰ ਦੁੱਗਣਾ ਚਾਹੀਦਾ। ਏਲੀਆ ਕਹਿੰਦਾ ਠੀਕ ਹੈ, ਹੁਣ ਤੇ ਮੈਨੂੰ ਛੱਡ ਦੇ। ਕਹਿੰਦਾ ਠੀਕ ਹੈ, ਪਰ ਤੁਸੀਂ ਚੱਲ ਜਾਇਓ, ਪਰ ਮੈਂ ਰਹਿਣਾ ਤੁਹਾਡੇ ਨਾਲ ਹੀ ਆ, ਮੈਂ ਵੇਖਣਾ ਆਇਆ ਵੀ ਕਿੱਦਾਂ ਜਾਣਾ। ਕਹਿੰਦਾ ਚੱਲ ਠੀਕ ਹੈ, ਜੇ ਤੇਰੀ ਜੇਦਾ ਤੇਰੀਆਂ ਅੱਖਾਂ ਦੇ ਸਾਹਮਣੇ ਹੀ ਜਾਵਾਂਗਾ।
ਤੇ ਵਚਨ ਦੱਸਦਾ ਉਹਨੇ ਪ੍ਰਭੂ ਅੱਗੇ ਦੁਆ ਕੀਤੀ ਏਲੀਆ ਨੇ, ਪ੍ਰਭੂ ਆਪਣੇ ਦਾਸ ਨੂੰ ਤੂੰ ਬੁਲਾਉਣ ਲੱਗਾ ਤੇ ਲੈ ਜਾ। ਤੇ ਪ੍ਰਭੂ ਦਾ ਵਚਨ ਦੱਸਦਾ ਉੱਤੋਂ ਅਗਨੀ ਰੱਥ ਉਤਰੇ। ਆਕਾਸ਼ ਤੋਂ ਕੀ ਉਤਰਿਆ? ਅਗਨੀ ਰੱਥ ਉਤਰਿਆ। ਜਦੋਂ ਰੱਥ ਉਤਰਿਆ ਤੇ ਏਲੀਆ ਉਸ ਰੱਥ ਉੱਤੇ ਬੈਠ ਗਿਆ ਜਾ ਕੇ, ਤੇ ਉਹ ਰੱਥ ਜਿਹੜਾ ਆਕਾਸ਼ਾਂ 'ਚ ਉੱਡਣ ਲੱਗ ਪਿਆ, ਆਕਾਸ਼ਾਂ ਦੇ ਉੱਤੇ ਚੜ ਗਿਆ। ਤੇ ਏਲੀਆ ਜਦੋਂ ਅੱਧ ਅਸਮਾਨਾਂ ਉੱਤੇ ਚੜ ਗਿਆ ਉਸ ਰੱਥ ਤੇ, ਏਲੀਆ ਨੇ ਜਿਹੜੀ ਆਪਣੀ ਚਾਦਰ ਲਈ ਸੀ ਅਲੀਸ਼ਾ ਦੇ ਉੱਤੇ ਸੁੱਟ ਦਿੱਤੀ। ਜਿਹੜੀ ਚਾਦਰ ਉਹ ਲੈ ਕੇ ਰੱਖਦਾ ਸੀ ਆਪਣੇ ਤੇ, ਉਹਨੇ ਉਹ ਚਾਦਰ ਕੀ ਕੀਤੀ? ਜਿਹੜੀ ਚਾਦਰ ਉਹਦੇ ਮੋਢੇ ਤੇ ਹੁੰਦੀ ਸੀ, ਉਹ ਚਾਦਰ ਉਹਨੇ ਆਪਣੇ ਸੇਵਕ ਅਲੀਸ਼ਾ ਉੱਤੇ ਸੁੱਟ ਦਿੱਤੀ। ਤੇ ਫਿਰ ਅਲੀਸ਼ਾ ਦੇ ਉੱਤੇ ਆਪਣੇ ਦਾਸ ਦਾ ਕੀ ਆ ਗਿਆ? ਦੁੱਗਣਾ ਮਸਾ ਆ ਗਿਆ। ਆਪਣੇ ਦਾਸ ਦਾ ਕੀ ਆ ਗਿਆ? ਦੁੱਗਣਾ ਮਸਾ ਆ ਗਿਆ। ਤੇ ਫਿਰ ਉਹੀ ਅਲੀਸ਼ਾ, ਏਲੀਆ ਦਾ ਚੇਲਾ, ਨਮਾਨ ਨੂੰ ਕਹਿੰਦਾ ਜਾ ਜਰਦਨ 'ਚ 7 ਚੁੱਭੀਆਂ ਲਾ ਲਾ ਤੇ ਤੇਰਾ ਕੋੜ ਕੀ ਹੋ ਜੂ। ਫਿਰ ਪ੍ਰਭੂ ਦੀ ਸ਼ਕਤੀ ਕੰਮ ਕਰਦੀ ਕਿ ਨਹੀਂ ਕਰਦੀ? ਇਹ ਕਿੱਦਾਂ? ਆਪਣੇ ਦਾਸ ਦੀ ਕੀ ਕੀਤੀ? ਆਗਿਆਕਾਰੀ ਕੀਤੀ। ਆਪਣੇ ਦਾਸ ਦੀ ਗੱਲ ਮੰਨੀ, ਆਪਣੇ ਦਾਸ ਦਾ ਹੁਕਮ ਮੰਨਿਆ, ਆਪਣੇ ਦਾਸ ਦੇ ਵਚਨ ਦੇ ਉੱਤੇ ਖੜਾ ਹੋਇਆ। ਮੇਰੇ ਭਾਈ ਭੈਣੋ, ਹੋ ਸਕਦਾ ਆ ਵੀ ਅੱਜ ਤੁਹਾਡਾ ਦਾਸ ਤੁਹਾਨੂੰ ਕੋਈ ਹੁਕਮ ਦੇਵੇ ਤੇ ਉਹ ਹੁਕਮ ਤੁਹਾਡੇ ਲਈ ਮੰਨਣਾ ਔਖਾ ਹੋਵੇ, ਪਰ ਉਸ ਹੁਕਮ ਦੇ ਪਿੱਛੇ ਤੁਹਾਡੀ ਬਰਕਤ ਖੜੀ ਹੈ। ਹਾਲੇਲੂਇਆ। ਉਸ ਦਾਸ ਦੇ ਹੁਕਮ ਦੇ ਪਿੱਛੇ ਕੀ ਖੜੀ ਹੈ? ਤੁਹਾਡੀ ਬਰਕਤ ਖੜੀ ਹੈ। ਦਾਸ ਦਾ ਹੁਕਮ ਮੰਨੋਗੇ, ਦਾਸ ਦੀ ਜੇ ਗੱਲ ਪੂਰੀ ਕਰੋਗੇ, ਦਾਸ ਦੇ ਦੁਆਰਾ ਕਿਹਾ ਵਚਨ ਜੇ ਤੁਸੀਂ ਪੂਰਾ ਕਰੋਗੇ, ਤੇ ਤੁਹਾਡੇ ਜੀਵਨ ਵਿੱਚ ਪਰਮੇਸ਼ਰ ਆਪਣੀ ਕਿਰਪਾ ਨੂੰ ਪੂਰਾ ਕਰੇਗਾ। ਚੰਗੀ ਗੱਲ ਨਹੀਂ ਸੀ ਲੱਗਦੀ 7 ਚੁੱਭੀਆਂ ਵਾਲੀ, ਪਰ ਮੰਨ ਲਈ ਤੇ ਹਮੇਸ਼ਾ ਲਈ ਜ਼ਿੰਦਗੀ ਪਾ ਲਈ। ਅੱਜ ਵੀ ਦਾਸ ਤੁਹਾਨੂੰ ਕਈ ਵੇਲੇ ਝਿੜਕਦਾ, ਤੁਹਾਨੂੰ ਦਾਸ ਕੋਈ ਗੱਲ ਕਹਿੰਦਾ, ਤੁਸੀਂ ਦਾਸ ਦੀ ਗੱਲ ਨੂੰ ਮੰਨੋ। ਫਿਲਹਾਲ ਤਾਂ ਮੈਨੂੰ ਪਰਮੇਸ਼ਰ ਨੇ ਏਦਾਂ ਦਾ ਮਨ ਦਿੱਤਾ ਵੀ ਮੈਂ ਸਹਿਜੇ ਕਿਤੇ ਕਦੀ ਗੁੱਸੇ 'ਚ ਨਹੀਂ ਆਉਂਦਾ, ਮੈਂ ਗੁੱਸੇ ਵਿੱਚ ਨਹੀਂ ਆਉਂਦਾ। ਪਰ ਫਿਰ ਵੀ ਜੇ ਕਿਤੇ ਪਰਮੇਸ਼ਰ ਕਠੋਰ ਕਰੇ ਮਨ ਨੂੰ, ਪਰਮੇਸ਼ਰ ਇਹ ਬੋਲੇ ਵੀ ਇਹਨੂੰ ਝਿੜਕ ਤੇ ਝਿੜਕਾਂ, ਤੇ ਮੈਂ ਅੱਜ ਵੀ ਕਹਿੰਦਾ ਕਦੀ ਪਰਮੇਸ਼ਰ ਦੇ ਦਾਸ ਦੀ ਗੱਲ ਦਾ ਕੀ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਜੋ ਪਰਮੇਸ਼ਰ ਦੇ ਦਾਸ ਦੇ ਮੂੰਹ ਦੇ ਵਿੱਚੋਂ ਵਚਨ ਨਿਕਲਦਾ ਉਹ ਕਦੀ ਵਿਅਰਥ ਨਹੀਂ ਜਾਂਦਾ। ਜੋ ਰੱਬ ਦੇ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਉਹ ਕਦੀ ਬੇਕਾਰ ਨਹੀਂ ਜਾਂਦੀ, ਉਹ ਤੁਹਾਡੀ ਜ਼ਿੰਦਗੀ ਵਿੱਚ ਪੂਰੀ ਹੋ ਜਾਂਦੀ ਹੈ। ਇਸ ਲਈ ਮੈਂ ਅੱਜ ਇਹੀ ਕਹਿ ਕੇ ਸਮਾਪਤ ਕਰਨਾ ਚਾਹੁੰਦਾ, ਜਿਨ੍ਹਾਂ ਨੇ ਤੁਹਾਨੂੰ ਵਚਨ ਸੁਣਾਇਆ ਉਹਨਾਂ ਆਗੂਆਂ ਨੂੰ ਕੀ ਰੱਖੋ? ਚੇਤੇ ਰੱਖੋ। ਆਪਣੇ ਗੁਰੂ ਦੇ ਆਖੇ ਲੱਗੋ, ਆਪਣੇ ਗੁਰੂ ਦੀ ਗੱਲ ਮੰਨੋ। ਤੁਹਾਡਾ ਗੁਰੂ, ਤੁਹਾਡਾ ਸੇਵਕ, ਤੁਹਾਡਾ ਦਾਸ ਤੁਹਾਨੂੰ ਕੀ ਕਹਿੰਦਾ, ਜਦੋਂ ਤੁਸੀਂ ਉਹਦੀ ਗੱਲ ਮੰਨ ਲੋਗੇ ਤਾਂ ਤੁਸੀਂ ਬਰਕਤ ਪਾਓਗੇ। ਜਦੋਂ ਦਾਸ ਦੀ ਗੱਲ ਨੂੰ ਠੁਕਰਾ ਦੋਗੇ ਤਾਂ ਮੇਰੇ ਭਾਈ ਭੈਣੋ ਆਪਣੇ ਜੀਵਨ ਵਿੱਚ ਮੁਸੀਬਤ ਨੂੰ ਲੈ ਕੇ ਆਓਗੇ, ਪਰੇਸ਼ਾਨੀ ਨੂੰ ਲੈ ਕੇ ਆਓਗੇ। ਦਾਸ ਤਾਂ ਨਹੀਂ ਦਿੰਦਾ ਕਿਸੇ ਨੂੰ ਮੁਸੀਬਤ, ਦਾਸ ਕਿਸੇ ਲਈ ਸ਼ਰਾਪ ਦੁੱਖ ਨਹੀਂ ਮੰਗਦਾ, ਪਰ ਜਦੋਂ ਅਸੀਂ ਆਗਿਆ ਤੋੜ ਦਿੰਨੇ ਆ ਤੇ ਆਗਿਆ ਤੋੜਨ ਦੇ ਨਾਲ ਹੀ ਸਾਡੀ ਜ਼ਿੰਦਗੀ 'ਚ ਕੀ ਆ ਜਾਂਦੀ ਹੈ? ਮੁਸੀਬਤ ਆ ਜਾਂਦੀ ਹੈ। ਪ੍ਰਭੂ ਬਰਕਤ ਕਰੇ, ਇਹਨਾਂ ਵਚਨਾਂ ਨਾਲ ਆਸ਼ੀਸ਼ ਕਰੇ। ਸਭ ਨੂੰ ਜੈ ਮਸੀਹ। ਪ੍ਰਭੂ ਬਰਕਤ।